बेटा ਆਪਾਂ ਹੁਣ ਵੰਨਗੀ ਭਾਗ ਦੇ ਕਹਾਣੀ ਭਾਗ ਤੋਂ ਬਾਅਦ ਦੂਸਰਾ ਭਾਗ ਬੇਟਾ ਇਹਦਾ ਹੈਗਾ ਇਕਾਂਗੀ ਭਾਗ। ਇਕਾਂਗੀ ਭਾਗ ਦੇ ਵਿੱਚ ਪਹਿਲਾ ਪਾਠ ਆ ਗਊਮੁਖਾ ਸ਼ੇਰਮੁਖਾ। ਸ਼ਰਨ ਸਿੰਘ ਇੱਕ ਚਲਾਕ ਦਲਾਲ ਹੈ ਤਾਂ ਉਹ ਚੋਪੜਾ ਸਾਹਿਬ ਨੂੰ ਮਜਬੂਰ ਕਰਕੇ ਇੱਕ ਮਕਾਨ ਦਿਖਾਉਣ ਦੇ ਲਈ ਲਿਜਾ ਰਿਹਾ ਹੈ। ਚੋਪੜਾ ਸਾਹਿਬ ਉਸ ਦੇ ਨੂੰ ਕਹਿ ਰਹੇ ਸਨ ਕਿ ਉਸ ਦਾ ਖੜੇ ਪੈਰ ਸੌਦਾ ਕਰਨ ਦਾ ਵਿਚਾਰ ਨਹੀਂ ਤੇ ਨਾ ਹੀ ਉਸ ਕੋਲ ਅਜੇ ਇੰਨਾ ਮਹਿੰਗਾ ਮਕਾਨ ਖਰੀਦਣ ਦੀ ਗੁੰਜਾਇਸ਼ ਹੈ। ਪਰ ਸ਼ਰਨ ਸਿੰਘ ਗਾਹਕ ਫਸਾਉਣ ਦੇ ਲਈ ਤੁਲਿਆ ਹੋਇਆ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਭਾਵੇਂ ਉਹ ਮਕਾਨ ਖਰੀਦਣਾ ਨਹੀਂ ਚਾਹੁੰਦਾ ਪਰ ਮਕਾਨ 'ਤੇ ਨਿਗਾਹ ਮਾਰਨ ਦਾ ਕੀ ਹਰਜ ਹੈ। ਨਿਗਾਹ ਮਾਰਨ ਮਤਲਬ ਦੇਖਣ, ਵੀ ਮਕਾਨ ਦੇਖਣ ਦਾ ਕੀ ਹਰਜ ਹੈ। ਚੋਪੜਾ ਸਾਹਿਬ ਕਹਿੰਦਾ ਹੈ ਕਿ ਉਸਦੇ ਲੜਕੇ ਰਣਜੀਤ ਨੇ ਐਤਕੀ BA ਪਾਸ ਕੀਤੀ ਹੈ ਅਤੇ ਉਸ ਨੂੰ ਅਲੱਹਦਾ ਬਿਜ਼ਨਸ ਸ਼ੁਰੂ ਕਰਵਾਉਣਾ ਚਾਹੀਦਾ ਹੈ। ਅਲੱਹਦਾ ਮਤਲਬ ਹੁੰਦਾ ਬੇਟਾ ਅਲੱਗ ਬਿਜ਼ਨਸ, ਕੋਈ ਅਲੱਗ ਕੰਮ ਸ਼ੁਰੂ ਕਰਵਾਉਣਾ ਚਾਹੁੰਦਾ ਹੈ। ਇਸ ਲਈ ਅਜੇ ਉਸ ਦਾ ਮਕਾਨ ਖਰੀਦਣ ਦਾ ਉਸਨੇ ਕੋਈ ਮਕਾਨ ਨਹੀਂ ਖਰੀਦਣਾ ਚਾਹੁੰਦਾ। ਸ਼ਰਨ ਸਿੰਘ ਇੱਥੇ ਹੀ ਆਪਣੇ ਮਤਲਬ ਦੀ ਗੱਲ ਸ਼ੁਰੂ ਕਰ ਲੈਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸਨੇ ਰਣਜੀਤ ਤੋਂ ਬਿਜ਼ਨਸ ਸ਼ੁਰੂ ਕਰਵਾਉਣਾ ਹੈ ਤਾਂ ਉਹ ਮਕਾਨ ਦਾ ਬਿਜ਼ਨਸ ਹੀ ਕਰ ਲਵੇ। ਇਸ ਲਈ ਉਸ ਮਕਾਨ ਨੂੰ ਜ਼ਰੂਰ ਖਰੀਦ ਲੈਣ ਅਤੇ ਫਿਰ ਵੇਚ ਕੇ ਵਧੇਰੇ ਲਾਭ ਕਮਾ ਲੈਣ। ਵੀ ਜਿਹੜਾ ਮਕਾਨ ਵੇਚਣਾ ਚਾਹੁੰਦਾ ਵੀ ਉਹ ਉਹਨੂੰ ਖਰੀਦ ਲੈਣ ਅਤੇ ਉਸ ਨੂੰ ਅੱਗੇ ਵੇਚ ਕੇ ਵਧੇਰੇ ਉਸ ਤੋਂ ਲਾਭ ਕਮਾ ਲੈਣ। ਉਸ ਨੇ ਹੋਰ ਸੌਦੇ ਟਕਰਾਉਣ ਦਾ ਵੀ ਵਾਅਦਾ ਕੀਤਾ। ਫਿਰ ਉਹ ਚੋਪੜਾ ਸਾਹਿਬ ਨੂੰ ਇੱਕ ਹੋਟਲ ਦੇ ਵਿੱਚ ਬਿਠਾ ਕੇ ਮਕਾਨ ਦੀ ਮਾਲਕਣ ਦੇ ਨਾਲ ਗੱਲ ਕਰਨ ਦੇ ਲਈ ਚਲਾ ਗਿਆ। ਸ਼ਰਨ ਸਿੰਘ ਨੂੰ ਬੂਹੇ 'ਤੇ ਆਇਆ ਦੇਖ ਕੇ ਮਕਾਨ ਦੀ ਮਾਲਕਣ ਕਿਸ਼ਨ ਦੇ ਇੱਕਦਮ ਗੁੱਸੇ ਦੇ ਵਿੱਚ ਆ ਗਈ। ਉਹ ਉਸ ਨੂੰ ਕਹਿਣ ਲੱਗੀ ਕਿ ਉਹ ਵਾਰ-ਵਾਰ ਉਸ ਦੇ ਘਰ ਗੇੜੇ ਕਿਉਂ ਮਾਰਦਾ ਹੈ, ਜਦ ਕਿ ਉਹ ਉਸ ਨੂੰ ਵਾਰ-ਵਾਰ ਕਹਿ ਚੁੱਕੀ ਹੈ ਕਿ ਉਸ ਦੇ ਮਕਾਨ ਨਹੀਂ ਵੇਚਣਾ। ਇਸ ਸਮੇਂ ਸ਼ਰਨ ਸਿੰਘ ਬੜੀ ਚਲਾਕੀ ਤੋਂ ਕੰਮ ਲੈਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਮਕਾਨ ਦੇ ਸੌਦੇ ਦੇ ਸੰਬੰਧ ਵਿੱਚ ਨਹੀਂ ਆਇਆ, ਸਗੋਂ ਇਹ ਸੁਨੇਹਾ ਦੇਣ ਆਇਆ ਹੈ ਕਿ ਉਸਦੀ ਪਤਨੀ ਕਮਰਿਆਂ ਦੇ ਫਰਸ਼ ਦੇਖਣ ਦੇ ਲਈ ਆਉਣਾ ਚਾਹੁੰਦੀ ਹੈ, ਕਿਉਂਕਿ ਉਹਨਾਂ ਦਾ ਵਿਚਾਰ ਆਪਣੇ ਕਮਰਿਆਂ ਦੇ ਵਿੱਚ ਉਹਨਾਂ ਵਰਗੇ ਫਰਸ਼ ਪਾਉਣ ਦਾ ਹੈ। ਇਹ ਸੁਣ ਕੇ ਕਿਸ਼ਨ ਦੇਈ ਬੜੀ ਖੁਸ਼ ਹੁੰਦੀ ਹੈ ਅਤੇ ਬਦਸਲੂਕੀ 'ਤੇ ਛਿੱਥੀ ਪੈ ਜਾਂਦੀ ਹੈ, ਮਤਲਬ ਠੰਡੀ ਪੈ ਜਾਣਾ। ਕਿਸ਼ਨ ਦੇਈ ਸ਼ਰਨ ਸਿੰਘ ਦੀ ਸ਼ਰਬਤ ਦੇ ਨਾਲ ਸੇਵਾ ਕਰਦੀ ਹੈ ਅਤੇ ਉਹ ਕਿਸ਼ਨ ਦੇਈ ਦੇ ਮਰ ਚੁੱਕੇ ਪਤੀ ਦੀਆਂ ਗੱਲਾਂ ਕਰਦਾ ਹੈ ਅਤੇ ਦੱਸਦਾ ਹੈ ਕਿ ਉਹਨਾਂ ਨਾਲ ਬੜੇ ਚੰਗੇ ਸੰਬੰਧ ਹੋਣ ਦਾ ਤਾਲੁਕਾਤ। ਫਿਰ ਉਹ ਉਸ ਦੇ 17-18 ਸਾਲ ਦੇ ਮੁੰਡੇ ਸੁਦਰਸ਼ਨ ਦੇ ਬਾਰੇ ਗੱਲਾਂ ਕਰਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਸਨੇ 10ਵੀਂ ਪਾਸ ਕੀਤੀ ਹੈ। ਕਿਸ਼ਨ ਸਿੰਘ ਦੱਸਦਾ ਹੈ ਕਿ ਅੱਜ ਕੱਲ੍ਹ BA ਪਾਸ ਵੀ ਵਿਹਲੇ ਫਿਰਦੇ ਹਨ ਅਤੇ ਨੌਕਰੀਆਂ ਵਾਲੇ ਵੀ ਨੌਕਰੀਆਂ ਸਿਫਾਰਸ਼ਾਂ ਨਾਲ ਮਿਲਦੀਆਂ ਹਨ। ਕਿਸ਼ਨ ਦੇਈ ਨੂੰ ਸਲਾਹ ਦਿੰਦਾ ਹੈ ਕਿ ਉਹ ਮਕਾਨ ਵੇਚ ਕੇ ਸੁਦਰਸ਼ਨ ਦਾ ਕੋਈ ਕੰਮ ਖੋਲ੍ਹ ਦੇਵੇ। ਬੜੀ ਹੁਸ਼ਿਆਰੀ ਨਾਲ ਕਿਸ਼ਨ ਦੇਈ ਨੂੰ ਹੌਸਲਾ ਦਿੰਦਾ ਹੈ ਕਿ ਮੁੰਡਾ ਹੌਲੇ-ਹੌਲੇ ਆਪਣੇ ਆਪ ਹੀ ਕੰਮਕਾਰ ਸੰਭਾਲਣ ਜੋਗਾ ਹੋ ਜਾਵੇਗਾ ਅਤੇ ਫਿਰ ਉਹ ਸਭ ਕੁਝ ਬਣਾ ਲਵੇਗਾ। ਉਹ ਦੱਸਦਾ ਹੈ ਕਿ ਮਕਾਨ ਦਾ 45,000 ਰੁਪਇਆ ਵਟਿਆ ਜਾ ਸਕਦਾ ਹੈ। ਫਿਰ ਉਹ ਉਸ ਨੂੰ ਕਹਿੰਦਾ ਹੈ ਕਿ ਉਹਨਾਂ ਦੇ ਮਕਾਨ ਦੇ ਕੋਲ ਖੂਹ ਹੁੰਦਾ ਸੀ, ਖੂਹ ਜਿਸ ਵਿੱਚ ਕਈ ਤਰ੍ਹਾਂ ਦੇ ਜਿੰਨਾਂ ਭੂਤਾਂ ਦਾ ਵਾਸਾ ਹੁੰਦਾ ਹੈ। ਭਾਵੇਂ ਪੂਰਿਆ ਜਾ ਚੁੱਕਾ ਹੈ, ਪੂਰਿਆ ਮਤਲਬ ਵੀ ਭਾਵੇਂ ਕਿ ਉਸ ਨੂੰ ਭਰ ਦਿੱਤਾ ਹੈ ਪਰ ਉਸ ਦਾ ਅਸਰ ਹਜੇ ਤੱਕ ਵੀ ਕਾਇਮ ਹੈ। ਇਹ ਸੁਣ ਕੇ ਸੁਦਰਸ਼ਨ ਡਰ ਜਾਂਦਾ ਹੈ ਅਤੇ ਫਿਰ ਉਹ ਉਹਨਾਂ ਦੇ ਮਕਾਨ ਨੂੰ ਸ਼ੇਰਮੁਖਾ ਦੱਸ ਕੇ ਨਹਿਸ਼ ਕਹਿੰਦਾ ਹੈ ਅਤੇ ਦੱਸਦਾ ਹੈ ਕਿ ਉਹ ਉਸ ਨੂੰ ਇਸ ਮਕਾਨ ਦੇ ਵਿੱਚ ਸੁੱਖ ਨਸੀਬ ਨਹੀਂ ਹੋ ਸਕਦਾ। ਇਸ ਪ੍ਰਕਾਰ ਸ਼ਰਨ ਸਿੰਘ ਉਹਨਾਂ ਨੂੰ ਮਕਾਨ ਵੇਚਣ ਦੇ ਲਈ ਤਿਆਰ ਕਰਕੇ ਚੋਪੜਾ ਸਾਹਿਬ ਨੂੰ ਸੱਦਣ ਚਲਾ ਜਾਂਦਾ ਹੈ। ਪਿੱਛੋਂ ਕਿਸ਼ਨ ਦੇਈ ਸੁਦਰਸ਼ਨ ਨੂੰ ਕਹਿੰਦੀ ਹੈ ਕਿ ਮਕਾਨ ਵੇਚ ਕੇ ਵੱਟੇ ਜਾਣ ਵਾਲੇ ਪੈਸਿਆਂ ਦਾ ਉਹ ਕੋਈ ਕੰਮ ਚਲਾ ਲਵੇ ਤਾਂ ਫਿਰ ਉਸ ਦਾ ਵਿਆਹ ਕਰ ਦੇਵੇਗੀ। ਸ਼ਰਨ ਸਿੰਘ ਚੋਪੜਾ ਸਾਹਿਬ ਨੂੰ ਲਿਆ ਕੇ ਮਕਾਨ ਦਿਖਾਉਂਦਾ ਹੈ। ਫਿਰ ਚੋਪੜਾ ਸਾਹਿਬ ਮਕਾਨ ਦੇਖਣ ਦੇ ਲਈ ਚੁਬਾਰੇ ਉੱਪਰ ਚੜ੍ਹ ਜਾਂਦਾ ਹੈ। ਪਿੱਛੋਂ ਕਿਸ਼ਨ ਦੇਈ ਸ਼ਰਨ ਸਿੰਘ ਨੂੰ ਕਹਿੰਦੀ ਹੈ ਕਿ ਉਹ 50,000 ਤੋਂ ਘੱਟ ਨਹੀਂ ਲਵੇਗੀ। ਸ਼ਰਨ ਸਿੰਘ ਨੇ ਕਿਹਾ ਕਿ ਉਹ ਚੋਪੜਾ ਸਾਹਿਬ ਨੂੰ 47-48 ਹਜ਼ਾਰ ਕਹਿ ਚੁੱਕਾ ਹੈ, ਪਰ ਕਿਸ਼ਨ ਦੇਈ ਇਹ ਕੀਮਤ ਸਵੀਕਾਰ ਨਹੀਂ ਕਰਦੀ। ਫਿਰ ਸ਼ਰਨ ਸਿੰਘ ਉਸ ਨੂੰ ਸੀਲਿੰਗ ਦੇ ਕਾਨੂੰਨ ਦਾ ਡਰ ਦਿੰਦਾ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਮਕਾਨ ਦੀਆਂ ਕੀਮਤਾਂ ਡਿੱਗ ਰਹੀਆਂ ਹਨ, ਇਹ ਨਾ ਹੋਵੇ ਕਿ ਇਹ ਵੀ ਨਾ ਵੱਟੇ ਜਾਣ। ਕਿਸ਼ਨ 48,000 'ਤੇ ਮੰਨ ਜਾਂਦੀ ਹੈ। ਕਿਸ਼ਨ ਦੇਈ 48,000 'ਤੇ ਮੰਨ ਜਾਂਦੀ ਹੈ। ਸ਼ਰਨ ਸਿੰਘ ਅੰਦਰ ਜਾ ਕੇ ਚੋਪੜਾ ਸਾਹਿਬ ਦੇ ਨਾਲ ਗੱਲ ਕਰਦਾ ਹੈ ਅਤੇ ਉਸਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਸ਼ਾਮ ਸਿੰਘ ਸੁਦਰਸ਼ਨ ਦੇ ਪਿਤਾ ਦੇ ਬਾਰੇ ਕੁਝ ਨਹੀਂ ਜਾਣਦਾ।
ਸ਼ਰਨ ਸਿੰਘ ਉਸ ਨੂੰ 48,000 ਕੀਮਤ ਦੱਸਦਾ ਹੈ, ਪਰ ਚੋਪੜਾ ਸਾਹਿਬ ਇਸ ਕੀਮਤ ਨੂੰ ਜ਼ਿਆਦਾ ਕਹਿੰਦਾ ਹੈ। ਉਸ ਨਾਲ ਹੀ ਮਕਾਨ ਦੇ ਕੋਲ ਖੂਹ ਹੋਣ ਦੀ ਵੀ ਸ਼ਿਕਾਇਤ ਕਰਦਾ ਹੈ, ਪਰ ਸ਼ਰਨ ਸਿੰਘ ਇਸ ਨੂੰ ਅਨਪੜ੍ਹ ਤੇ ਬੁੜੀਆਂ ਦਾ ਫਜ਼ੂਲ ਵਹਿਮ ਕਹਿ ਕੇ ਚੋਪੜਾ ਸਾਹਿਬ ਦੀ ਤਸੱਲੀ ਕਰਵਾ ਦਿੰਦਾ ਹੈ। ਚੋਪੜਾ ਸਾਹਿਬ 46,000 ਰੁਪਇਆ ਦੇਣ ਦੇ ਲਈ ਤਿਆਰ ਹੋ ਜਾਂਦੇ ਹਨ। ਜਦੋਂ ਦੂਜੇ ਪਾਸੇ ਆ ਕੇ ਸ਼ਰਨ ਸਿੰਘ ਕਿਸ਼ਨਦੇਈ ਨੂੰ ਇਹ ਕੀਮਤ ਦੱਸਦਾ ਹੈ ਤਾਂ ਉਹ ਮਨਜ਼ੂਰ ਨਹੀਂ ਕਰਦੀ, ਪਰ ਸ਼ਰਨ ਸਿੰਘ ਇਹ ਹੋਰ ਦਾ ਤੇ 2 ਕੰਮ ਲੈਂਦਾ ਹੈ ਤੇ ਉਹ ਉਹਨਾਂ ਦੇ ਮਕਾਨ ਨੂੰ ਸ਼ੇਰਮੁਖਾ ਤੇ ਦਮੂਹੀ ਸੱਪਣੀ ਵਰਗਾ ਆਖ ਕੇ ਨਹਿਸ਼ ਕਹਿ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹ ਉਹਨਾਂ ਨੂੰ ਗਲਤ ਰਾਏ ਨਹੀਂ ਦਿੰਦਾ। ਇਹ ਮਕਾਨ ਚੰਗਾ ਨਹੀਂ। ਹੁਣ ਕਿਸ਼ਨਦੇਈ 47,000 ਲੈਣ ਦੇ ਲਈ ਤਿਆਰ ਹੋ ਜਾਂਦੀ ਹੈ। ਦੂਜੇ ਪਾਸੇ ਸ਼ਰਨ ਸਿੰਘ ਚੋਪੜਾ ਸਾਹਿਬ ਨੂੰ ਕਹਿੰਦਾ ਹੈ ਕਿ ਉਹ ਹੁਣ ਥਿੜਕੇ ਨਾ, ਵੀ ਆਪਣੇ ਇਰਾਦੇ ਤੋਂ ਮੁੱਕਰੇ ਨਾ, ਵੀ ਜਿੰਨੀ ਉਹਨੇ ਕੀਮਤ ਦੱਸੀ ਵੀ ਉਨੀ ਤੇ ਇੱਧਰ ਉੱਧਰ ਨਾ ਹੋਵੇ। ਉਹ ਉਸ ਨੂੰ ਬਹੁਤ ਸੋਹਣਾ ਮਕਾਨ ਕਹਿ ਕੇ ਦੇ ਰਿਹਾ ਹੈ। ਫਿਰ ਚਾਂਦਨੀ ਚੌਕ ਦਾ ਇਹ ਇਲਾਕਾ ਹੈ ਵੀ ਦਿੱਲੀ ਸ਼ਹਿਰ ਦੇ ਵਿਚਕਾਰ। ਚੋਪੜਾ ਸਾਹਿਬ ਕਮਰੇ ਦੀ ਲੰਬਾਈ ਚੌੜਾਈ ਦੇਖ ਕੇ ਕਹਿੰਦਾ ਹੈ ਕਿ ਇਹ ਮਕਾਨ ਸ਼ੇਰਮੁਖਾ ਹੈ, ਪਰ ਸ਼ਰਨ ਸਿੰਘ ਉਸ ਦੀ ਗੱਲ ਦਾ ਮਖੌਲ ਉਡਾਉਂਦਾ ਹੋਇਆ ਕਹਿੰਦਾ ਹੈ ਕਿ ਇਹ ਮਕਾਨ ਅਸਲ ਰਾਹ ਪਿਛਲੇ ਪਾਸੇ ਹੈ, ਇਸ ਲਈ ਇਹ ਮਕਾਨ ਗਊਮੁਖਾ ਹੈ। ਉਹ ਚੋਪੜਾ ਸਾਹਿਬ ਨੂੰ ਵਹਿਮੀ ਆਖ ਕੇ ਹੱਸਦਾ ਹੈ। ਸ਼ਰਨ ਸਿੰਘ ਕਹਿੰਦਾ ਹੈ ਕਿ 2 ਰੱਸਿਆਂ ਵਾਲੇ ਮਕਾਨ ਤਾਂ ਲੋਕ ਲੱਭਦੇ ਹਨ। ਫਿਰ ਉਹ ਇਹ ਵੀ ਸਮਝਾਉਂਦਾ ਹੈ ਕਿ ਮਕਾਨ ਗਊਮੁਖਾ ਇਸ ਕਰਕੇ ਪਸੰਦ ਕੀਤਾ ਜਾਂਦਾ ਹੈ ਤਾਂ ਕਿ ਘਰ ਦਾ ਪਰਦਾ ਬਣਿਆ ਰਹੇ। ਦੁਕਾਨ ਸ਼ੇਰਮੁਖੀ ਪਸੰਦ ਕੀਤੀ ਜਾਂਦੀ ਹੈ ਤਾਂ ਜੋ ਸਜਾਵਟ ਕੀਤੀ ਜਾ ਸਕੇ। ਸ਼ਰਨ ਸਿੰਘ ਉਸ ਨੂੰ ਅਜਿਹੇ ਫਜ਼ੂਲ ਵਹਿਮ ਛੱਡਣ ਦੇ ਲਈ ਕਹਿੰਦਾ ਹੈ। ਅੰਤ ਦੋਹਾਂ ਧਿਰਾਂ ਵਿੱਚ 46,000 ਦੇਣ ਤੇ 47,000 ਲੈਣ ਤੇ ਗੱਲ ਅੜ ਜਾਂਦੀ ਹੈ, ਪਰ ਸ਼ਰਨ ਸਿੰਘ ਦੋਹਾਂ ਦੀ ਜਿੱਦ ਭੰਨ ਕੇ 46,000 750 ਤੇ ਗੱਲ ਨਿਬੇੜ ਦਿੰਦਾ ਹੈ। ਉਹ ਚੋਪੜਾ ਸਾਹਿਬ ਤੋਂ 100 ਰੁਪਇਆ ਬਿਆਨਾ ਲੈ ਕੇ ਕਿਸ਼ਨਦੇਈ ਨੂੰ ਦੇ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਸ਼ਾਮ ਨੂੰ ਵਸੀਕਾ ਨਿਊਜ਼ ਦੀ ਹੱਟੀ ਤੇ ਜਾ ਕੇ ਓੜਾ ਲਿਖ ਕੇ ਪੂਰਾ ਬਿਆਨਾ ਲੈ ਲਵੇ। ਫਿਰ ਸ਼ਰਨ ਸਿੰਘ ਚੋਪੜਾ ਸਾਹਿਬ ਦੀ ਦਲਾਲੀ ਤੋਂ ਅੱਧੇ ਪੈਸੇ ਮੰਗਦਾ ਹੈ ਤੇ ਕਿਸ਼ਨਦੇਈ ਉਸ ਨੂੰ ਕਹਿੰਦੀ ਹੈ ਕਿ ਉਹ ਬਹੁਤ ਡਾਢਾ ਨਿਕਲਿਆ ਹੈ ਤੇ ਜਿਸਨੇ ਫੇਰੇ ਮਾਰ ਕੇ ਉਸ ਦਾ ਮਕਾਨ ਹੀ ਵਿਕਾ ਛੱਡਿਆ। ਸ਼ਰਨ ਸਿੰਘ ਕਹਿੰਦਾ ਹੈ ਕਿ ਹਕੂਮਤ ਗਰਮੀ ਦੀ, ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ।